ਹਾਂਜੀ, ਆਪਾਂ ਸਿੱਧਾ ਅੱਜ ਦੇ ਵਿਸ਼ੇ ਤੇ ਆਉਂਦੇ ਹਾਂ। ਅੱਜ ਦੇ ਇਸ ਵਿਸ਼ਲੇਸ਼ਣ ਵਿੱਚ ਆਪਾਂ ਭਾਰਤੀ ਫੌਜ ਦੇ 144ਵੇਂ ਟੈਕਨੀਕਲ ਗ੍ਰੈਜੂਏਟ ਕੋਰਸ ਯਾਨੀ TGC 114 ਦੀ ਅਧਿਕਾਰਿਤ ਨੋਟੀਫਿਕੇਸ਼ਨ ਨੂੰ ਡੀਕੋਡ ਕਰਾਂਗੇ। ਇਹ ਹਿੱਸਾ ਹੈ ਫੌਜ ਦਾ ਇਹ ਨਾਮ ਅਤੇ ਪ੍ਰਤੀਕ ਸਿਰਫ ਇੱਕ ਚਿੰਨ੍ਹ ਨਹੀਂ ਹੈ, ਇਹ ਆਪਣੇ ਆਪ ਵਿੱਚ ਇੱਕ ਵਿਰਾਸਤ ਹੈ। ਆਪਾਂ ਇੱਥੇ ਕਿਸੇ ਆਮ ਕਾਰਪੋਰੇਟ ਨੌਕਰੀ ਦੀ ਗੱਲ ਨਹੀਂ ਕਰ ਰਹੇ, ਇਹ ਸਿੱਧਾ ਦੇਸ਼ ਦੀ ਸੇਵਾ ਕਰਨ ਦਾ ਬੁਲਾਵਾ ਹੈ। ਸਰੋਤ ਦਸਤਾਵੇਜ਼ ਬਿਲਕੁਲ ਸਪਸ਼ਟ ਕਰਦਾ ਹੈ ਕਿ TGC 144 ਰਾਹੀਂ ਚੁਣੇ ਗਏ ਉਮੀਦਵਾਰ ਫੌਜ ਵਿੱਚ ਸਿੱਧੇ ਅਫਸਰ ਵਜੋਂ ਸ਼ਾਮਿਲ ਹੋਣਗੇ। ਇੰਜੀਨੀਅਰਾਂ ਲਈ ਆਪਣੀ ਤਕਨੀਕੀ ਪੜ੍ਹਾਈ ਨੂੰ ਫੌਜੀ ਲੀਡਰਸ਼ਿਪ ਨਾਲ ਜੋੜਨ ਦਾ ਇਹ ਸੱਚਮੁੱਚ ਇੱਕ ਕਮਾਲ ਦਾ ਰਸਤਾ ਹੈ। ਸਭ ਤੋਂ ਵੱਡੀ ਗੱਲ ਜੋ ਧਿਆਨ ਵਿੱਚ ਰੱਖਣ ਵਾਲੀ ਹੈ ਉਹ ਇਹ ਹੈ ਕਿ ਇਹ ਕੋਰਸ ਜਨਵਰੀ 2027 ਵਿੱਚ ਦੇਹਰਾਦੂਨ ਦੀ ਇੰਡੀਅਨ ਮਿਲਟਰੀ ਅਕੈਡਮੀ ਯਾਨੀ IMA ਵਿੱਚ ਸ਼ੁਰੂ ਹੋਣ ਜਾ ਰਿਹਾ ਹੈ। ਇਹ ਇੱਕ ਡਾਇਰੈਕਟ ਐਂਟਰੀ ਸਕੀਮ ਹੈ, ਮਤਲਬ ਜੋ ਵੀ ਉਮੀਦਵਾਰ ਚੁਣੇ ਜਾਣਗੇ ਉਹ ਸਿੱਧਾ ਸਿਖਲਾਈ ਲਈ ਅਕੈਡਮੀ ਜਾਣਗੇ। ਹੈ ਨਾ ਕਮਾਲ ਦੀ ਗੱਲ। ਹੁਣ ਆਪਾਂ ਦੂਜੇ ਹਿੱਸੇ ਵੱਲ ਵਧਦੇ ਹਾਂ। ਆਖਿਰ ਕੌਣ ਅਪਲਾਈ ਕਰ ਸਕਦਾ ਹੈ? ਫੌਜ ਦੇ ਨਿਯਮ ਬਹੁਤ ਸਖਤ ਹੁੰਦੇ ਨੇ, ਇਹ ਤਾਂ ਆਪਾਂ ਸਭ ਜਾਣਦੇ ਹਾਂ। ਸਭ ਤੋਂ ਪਹਿਲਾਂ ਇਹ ਕੋਰਸ ਸਿਰਫ ਅਣਵਿਆਹੇ ਪੁਰਸ਼ਾਂ ਲਈ ਹੈ। ਉਮਰ 20 ਤੋਂ 27 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਪਰ ਇੱਕ ਸੈਕਿੰਡ, ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਉਮਰ 1 ਜਨਵਰੀ 2027 ਦੇ ਹਿਸਾਬ ਨਾਲ ਗਿਣੀ ਜਾਵੇਗੀ। ਦਸਤਾਵੇਜ਼ ਵਿੱਚ ਸਾਫ਼ ਲਿਖਿਆ ਹੈ ਕਿ ਜਨਮ 1 ਜਨਵਰੀ 2000 ਤੋਂ ਪਹਿਲਾਂ ਅਤੇ 1 ਜਨਵਰੀ 2007 ਤੋਂ ਬਾਅਦ ਦਾ ਨਹੀਂ ਹੋਣਾ ਚਾਹੀਦਾ। ਇੱਥੇ ਛੋੜ ਦੀ ਕੋਈ ਗੁੰਜਾਇਸ਼ ਨਹੀਂ ਹੈ, ਬਿਲਕੁਲ ਕੋਈ ਨਹੀਂ। ਪਰ ਹਾਂ, ਇੱਥੇ ਇੱਕ ਬਹੁਤ ਹੀ ਦਿਲਚਸਪ ਪੁਆਇੰਟ ਹੈ। ਸਿਰਫ ਉਹੀ ਲੋਕ ਨਹੀਂ ਜਿਨ੍ਹਾਂ ਕੋਲ ਡਿਗਰੀ ਆ ਚੁੱਕੀ ਹੈ, ਬਲਕਿ ਇੰਜੀਨੀਅਰਿੰਗ ਦੇ ਆਖਰੀ ਸਾਲ ਵਾਲੇ ਵਿਦਿਆਰਥੀ ਵੀ ਅਪਲਾਈ ਕਰ ਸਕਦੇ ਹਨ। ਬਸ ਸ਼ਰਤ ਇਹ ਹੈ ਕਿ 1 ਜਨਵਰੀ 2027 ਤੱਕ ਆਪਣੀ ਡਿਗਰੀ ਪਾਸ ਕਰਨ ਦਾ ਪੱਕਾ ਸਬੂਤ ਦੇਣਾ ਪਵੇਗਾ। ਜੇ ਨਤੀਜਾ ਇੱਕ ਦਿਨ ਵੀ ਲੇਟ ਹੋਇਆ ਨਾ, ਤਾਂ ਉਮੀਦਵਾਰੀ ਉੱਥੇ ਹੀ ਰੱਦ ਹੋ ਜਾਵੇਗੀ। ਹੁਣ ਜੇਕਰ ਅਸਾਮੀਆਂ ਜਾਂ ਵੈਕੈਂਸੀਜ਼ ਦੀ ਗੱਲ ਕਰੀਏ ਤਾਂ ਕੁੱਲ 30 ਅਸਾਮੀਆਂ ਨੇ, ਜੋ ਕਿ ਜ਼ਰੂਰਤ ਦੇ ਹਿਸਾਬ ਨਾਲ ਥੋੜ੍ਹੀਆਂ ਬਹੁਤ ਬਦਲ ਵੀ ਸਕਦੀਆਂ ਹਨ। ਸਿਵਲ ਇੰਜੀਨੀਅਰਿੰਗ ਲਈ ਸਭ ਤੋਂ ਵੱਧ 8 ਅਸਾਮੀਆਂ ਹਨ ਅਤੇ ਫਿਰ ਕੰਪਿਊਟਰ ਸਾਇੰਸ, ਮਕੈਨੀਕਲ ਤੇ ਇਲੈਕਟ੍ਰੋਨਿਕਸ ਲਈ 6 ਅਸਾਮੀਆਂ। ਬਾਕੀ ਡਿਟੇਲਸ ਨੋਟੀਫਿਕੇਸ਼ਨ ਵਿੱਚ ਦਿੱਤੀਆਂ ਹੋਈਆਂ ਨੇ, ਜਿੱਥੇ AICTE ਤੋਂ ਮਾਨਤਾ ਪ੍ਰਾਪਤ ਕਾਫੀ ਸਾਰੀਆਂ ਬਰਾਬਰ ਦੀਆਂ ਸਟਰੀਮਾਂ ਦੀ ਪੂਰੀ ਲਿਸਟ ਮਿਲ ਜਾਵੇਗੀ। ਇੱਥੇ ਇੱਕ ਬਹੁਤ ਵੱਡੀ ਚੇਤਾਵਨੀ ਹੈ, ਇਸ ਨੂੰ ਬਿਲਕੁਲ ਹਲਕੇ ਵਿੱਚ ਨਹੀਂ ਲੈਣਾ। ਜੇਕਰ ਆਨਲਾਈਨ ਫਾਰਮ ਵਿੱਚ ਭਰੇ ਗਏ ਸਟਰੀਮ ਦੇ ਨਾਮ ਅਤੇ ਅਸਲ ਸਰਟੀਫਿਕੇਟ ਵਿੱਚ ਲਿਖੇ ਨਾਮ ਵਿੱਚ ਥੋੜਾ ਜਿਹਾ ਵੀ ਫਰਕ ਨਿਕਲਿਆ ਜਾਂ ਮਾਤਾ-ਪਿਤਾ ਦੇ ਨਾਮ ਦੀ ਸਪੈਲਿੰਗ 10ਵੀਂ ਦੇ ਸਰਟੀਫਿਕੇਟ ਨਾਲ ਮੈਚ ਨਾ ਹੋਈ, ਤਾਂ ਫਾਰਮ ਸਿੱਧਾ ਰੱਦ। ਪੂਰੀ ਸਟੀਕਤਾ ਚਾਹੀਦੀ ਹੈ ਇੱਥੇ। ਚਲੋ ਹੁਣ ਤੀਜੇ ਹਿੱਸੇ ਤੇ ਆਉਂਦੇ ਹਾਂ, ਚੋਣ ਪ੍ਰਕਿਰਿਆ ਦਾ ਸਮਾਂ। ਆਪਾਂ ਇਸ ਸਫ਼ਰ ਦੀ ਰੂਪਰੇਖਾ ਨੂੰ ਦੇਖਦੇ ਹਾਂ। ਇਹ ਪੂਰਾ ਸਫ਼ਰ ਨਾ ਇੱਕ ਫਨਲ ਵਾਂਗ ਕੰਮ ਕਰਦਾ ਹੈ। ਸਭ ਤੋਂ ਪਹਿਲਾਂ ਆਨਲਾਈਨ ਅਪਲਾਈ ਕਰਨਾ ਹੈ, ਫਿਰ ਨੰਬਰਾਂ ਦੇ ਆਧਾਰ ਤੇ ਸ਼ਾਰਟਲਿਸਟਿੰਗ ਹੁੰਦੀ ਹੈ। ਜੋ ਉਮੀਦਵਾਰ ਸ਼ਾਰਟਲਿਸਟ ਹੁੰਦੇ ਨੇ ਉਹਨਾਂ ਨੂੰ 5 ਦਿਨਾਂ ਦੇ ਬਹੁਤ ਹੀ ਮਸ਼ਹੂਰ SSB ਇੰਟਰਵਿਊ ਲਈ ਬੁਲਾਇਆ ਜਾਂਦਾ ਹੈ। ਜੋ ਇਸ ਨੂੰ ਕਲੀਅਰ ਕਰਦੇ ਨੇ ਉਹ ਮੈਡੀਕਲ ਟੈਸਟ ਲਈ ਜਾਂਦੇ ਨੇ ਅਤੇ ਅਖੀਰ ਵਿੱਚ ਫਾਈਨਲ ਮੈਰਿਟ ਲਿਸਟ ਬਣਦੀ ਹੈ। ਇਸ ਟਾਈਮਲਾਈਨ ਨੂੰ ਸਮਝਣਾ ਬਹੁਤ ਜ਼ਰੂਰੀ ਹੈ, ਖਾਸ ਕਰਕੇ ਜੇਕਰ ਕੋਈ ਅਪਲਾਈ ਕਰਨ ਬਾਰੇ ਸੋਚ ਰਿਹਾ ਹੈ। ਐਪਲੀਕੇਸ਼ਨ ਵਿੰਡੋ ਮਈ ਤੋਂ ਜੂਨ 2026 ਤੱਕ ਖੁੱਲੀ ਰਹੇਗੀ। ਜੂਨ ਵਿੱਚ ਹੀ ਕਟ ਆਫ ਆ ਜਾਵੇਗੀ ਅਤੇ ਫਿਰ ਜੁਲਾਈ ਤੋਂ ਸਤੰਬਰ ਦੇ ਵਿਚਕਾਰ ਪ੍ਰਯਾਗਰਾਜ, ਭੋਪਾਲ, ਬੈਂਗਲੁਰੂ ਜਾਂ ਜਲੰਧਰ ਵਿਖੇ SSB ਇੰਟਰਵਿਊ ਹੋਣਗੇ ਔਰ ਫਾਈਨਲ ਮੰਜ਼ਿਲ ਜਨਵਰੀ 2027 ਵਿੱਚ ਸਿੱਧਾ ਦੇਹਰਾਦੂਨ। ਅਤੇ ਹਾਂ, ਇਹ ਸਿਰਫ ਕੋਈ ਦਿਮਾਗੀ ਟੈਸਟ ਨਹੀਂ ਹੈ। ਅਕੈਡਮੀ ਜਾਣ ਤੋਂ ਪਹਿਲਾਂ ਉਮੀਦਵਾਰਾਂ ਨੂੰ ਕੁਝ ਘੱਟੋ-ਘੱਟ ਸਰੀਰਕ ਮਾਪਦੰਡ ਵੀ ਪੂਰੇ ਕਰਨੇ ਪੈਂਦੇ ਨੇ। ਸੋਚ ਕੇ ਦੇਖੋ, 2.4 ਕਿਲੋਮੀਟਰ ਦੀ ਦੌੜ 10.5 ਮਿੰਟਾਂ ਵਿੱਚ ਪੂਰੀ ਕਰਨੀ, 40 ਪੁਸ਼ਅਪਸ ਅਤੇ 6 ਪੁਲਅਪਸ ਮਾਰਨੇ ਪੈਣਗੇ। ਨਾਲ ਹੀ ਤੈਰਾਕੀ ਵੀ ਆਉਣੀ ਚਾਹੀਦੀ ਹੈ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਫੌਜ ਨੂੰ ਸਰੀਰਕ ਅਤੇ ਮਾਨਸਿਕ ਦੋਵਾਂ ਪੱਖਾਂ ਤੋਂ ਬਿਲਕੁਲ ਫਿੱਟ ਉਮੀਦਵਾਰ ਚਾਹੀਦੇ ਨੇ। ਸਿਖਲਾਈ ਅਤੇ ਕਮਿਸ਼ਨ। ਅਸਲ ਪਰਖ ਇੱਥੋਂ ਹੀ ਸ਼ੁਰੂ ਹੁੰਦੀ ਹੈ। ਸਿਖਲਾਈ ਦਾ ਪੂਰਾ ਸਮਾਂ 12 ਮਹੀਨੇ ਦਾ ਹੋਵੇਗਾ ਅਤੇ ਸਭ ਤੋਂ ਸ਼ਾਨਦਾਰ ਗੱਲ ਪਤਾ ਕੀ ਹੈ? ਇੰਡੀਅਨ ਮਿਲਟਰੀ ਅਕੈਡਮੀ ਵਿੱਚ ਇਸ ਟ੍ਰੇਨਿੰਗ ਦਾ ਸਾਰਾ ਖਰਚਾ ਸਰਕਾਰ ਚੁੱਕਦੀ ਹੈ। ਪਰ ਇੱਕ ਸ਼ਰਤ ਹੈ, ਇੱਕ ਬਹੁਤ ਹੀ ਸਖਤ ਨਿਯਮ ਹੈ। ਟ੍ਰੇਨਿੰਗ ਦੇ ਦੌਰਾਨ ਵਿਆਹ ਕਰਨ ਦੀ ਬਿਲਕੁਲ ਮਨਾਹੀ ਹੈ ਅਤੇ ਨਾ ਹੀ ਕੈਡੇਟ ਆਪਣੇ ਪਰਿਵਾਰ ਨਾਲ ਰਹਿ ਸਕਦੇ ਨੇ। ਪੂਰਾ ਫੋਕਸ ਸਿਰਫ ਟ੍ਰੇਨਿੰਗ ਤੇ। ਹੁਣੇ ਨੰਬਰ ਦੇਖੋ, 16,260। ਇਹ ਬਹੁਤ ਅਹਿਮ ਹੈ। ਜੇਕਰ ਕੋਈ ਕੈਡੇਟ ਆਪਣੇ ਕਿਸੇ ਨਿੱਜੀ ਕਾਰਨ ਕਰਕੇ ਵਿਚਾਲੇ ਹੀ ਟ੍ਰੇਨਿੰਗ ਛੱਡ ਦਿੰਦਾ ਹੈ ਤਾਂ ਉਸ ਨੂੰ 16,260 ਰੁਪਏ ਪ੍ਰਤੀ ਹਫ਼ਤਾ ਸਰਕਾਰ ਨੂੰ ਵਾਪਸ ਕਰਨੇ ਪੈਣਗੇ। ਹਾਂਜੀ, ਪ੍ਰਤੀ ਹਫ਼ਤਾ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਰਕਾਰ ਇੱਕ ਕੈਡੇਟ ਤੇ ਕਿੰਨਾ ਪੈਸਾ ਲਗਾਉਂਦੀ ਹੈ ਔਰ ਇਸੇ ਲਈ ਪ੍ਰਤੀਬੱਧਤਾ ਹੋਣਾ ਬਹੁਤ ਜ਼ਰੂਰੀ ਹੈ। ਕਮਿਸ਼ਨ ਕਿਵੇਂ ਮਿਲਦਾ ਹੈ, ਇਹ ਵੀ ਸਮਝ ਲੈਂਦੇ ਹਾਂ। ਸ਼ੁਰੂਆਤ ਵਿੱਚ ਕੈਡੇਟਾਂ ਨੂੰ ਪ੍ਰੋਬੇਸ਼ਨ ਤੇ ਸ਼ਾਰਟ ਸਰਵਿਸ ਕਮਿਸ਼ਨ ਦਿੱਤਾ ਜਾਂਦਾ ਹੈ, ਪਰ ਜਿਵੇਂ ਹੀ ਟ੍ਰੇਨਿੰਗ ਸਫਲਤਾਪੂਰਵਕ ਪੂਰੀ ਹੁੰਦੀ ਹੈ, ਸਿੱਧਾ ਲੈਫਟੀਨੈਂਟ ਦੇ ਰੈਂਕ ਤੇ ਪਰਮਾਨੈਂਟ ਕਮਿਸ਼ਨ ਮਿਲ ਜਾਂਦਾ ਹੈ। ਇੱਕ ਹੋਰ ਬਹੁਤ ਵਧੀਆ ਫਾਇਦਾ ਹੈ,
ਇਹਨਾਂ ਇੰਜੀਨੀਅਰਿੰਗ ਗ੍ਰੈਜੂਏਟਾਂ ਨੂੰ 1 ਸਾਲ ਦੀ ਐਂਟੀ-ਡੇਟ ਸੀਨੀਅਰਿਟੀ ਦਿੱਤੀ ਜਾਂਦੀ ਹੈ। ਮਤਲਬ ਤਰੱਕੀ ਅਤੇ ਤਨਖਾਹ ਵਿੱਚ ਪਹਿਲਾਂ ਤੋਂ ਹੀ ਇੱਕ ਕਦਮ ਅੱਗੇ। ਅਖੀਰਲਾ ਅਤੇ ਸਭ ਤੋਂ ਦਿਲਚਸਪ ਹਿੱਸਾ ਭਾਗ 5 ਤਨਖਾਹ, ਪੱਤੇ ਅਤੇ ਹੋਰ ਲਾਭ। ਆਓ ਦੇਖੀਏ ਇਨਾਮ ਕੀ ਨੇ। ਸਕਰੀਨ ਤੇ ਇਹ ਅੰਕੜਾ ਦੇਖ ਰਹੇ ਹੋ 56100 ਰੁਪਏ। ਇਹ ਕੋਈ ਸੁਪਨਾ ਨਹੀਂ, ਇਹ ਉਹ ਫਿਕਸਡ ਮਹੀਨਾਵਾਰ ਵਜ਼ੀਫਾ ਜਾਂ ਸਟਾਈਪੈਂਡ ਹੈ ਜੋ ਕੈਡਿਟਾਂ ਨੂੰ ਟ੍ਰੇਨਿੰਗ ਦੇ ਦੌਰਾਨ ਹੀ ਮਿਲਣਾ ਸ਼ੁਰੂ ਹੋ ਜਾਂਦਾ ਹੈ। ਸੋਚ ਕੇ ਦੇਖੋ, ਅਜੇ ਤਾਂ ਟ੍ਰੇਨਿੰਗ ਚੱਲ ਰਹੀ ਹੈ ਅਤੇ ਕਮਾਈ ਪਹਿਲੇ ਦਿਨ ਤੋਂ ਹੀ ਸ਼ੁਰੂ। ਅਤੇ ਕਮਿਸ਼ਨ ਮਿਲਣ ਤੋਂ ਬਾਅਦ ਤਨਖਾਹ ਦਾ ਗ੍ਰਾਫ ਕੁਝ ਇਸ ਤਰ੍ਹਾਂ ਦਿਖਦਾ ਹੈ। ਇੱਕ ਲੈਫਟੀਨੈਂਟ 56100 ਰੁਪਏ ਦੀ ਬੇਸਿਕ ਤਨਖਾਹ ਨਾਲ ਸ਼ੁਰੂਆਤ ਕਰਦਾ ਹੈ। ਜਿਵੇਂ-ਜਿਵੇਂ ਰੈਂਕ ਵੱਧਦਾ ਹੈ, ਪੈਸਾ ਵੀ ਵੱਧਦਾ ਹੈ। ਔਰ ਇਹ ਤਾਂ ਸਿਰਫ ਬੇਸਿਕ ਹੈ। ਲੈਫਟੀਨੈਂਟ ਤੋਂ ਲੈ ਕੇ ਬ੍ਰਿਗੇਡੀਅਰ ਤੱਕ ਹਰ ਅਫਸਰ ਨੂੰ 15500 ਰੁਪਏ ਪ੍ਰਤੀ ਮਹੀਨਾ ਮਿਲਟਰੀ ਸਰਵਿਸ ਪੇ ਵੀ ਵੱਖਰੀ ਮਿਲਦੀ ਹੈ। ਆਹ ਜਾਣਕਾਰੀ ਬਿਲਕੁਲ ਦਰਸਾਉਂਦੀ ਹੈ ਕਿ ਫੌਜ ਦੀ ਜ਼ਿੰਦਗੀ ਕਿੰਨੀ ਵੱਖਰੀ ਅਤੇ ਐਡਵੈਂਚਰ ਨਾਲ ਭਰੀ ਹੈ। ਆਮ ਤਨਖਾਹ ਤੋਂ ਇਲਾਵਾ ਤਾਇਨਾਤੀ ਦੇ ਹਿਸਾਬ ਨਾਲ ਵਿਸ਼ੇਸ਼ ਰਿਸਕ ਅਤੇ ਹਾਰਡਸ਼ਿਪ ਪੱਤੇ ਮਿਲਦੇ ਨੇ। ਜਿਵੇਂ ਜੇਕਰ ਡਿਊਟੀ ਸਿਆਚਿਨ ਵਿੱਚ ਲੱਗ ਜਾਵੇ ਤਾਂ 42500 ਰੁਪਏ ਪ੍ਰਤੀ ਮਹੀਨਾ ਸਿਰਫ ਪੱਤਾ ਹੀ ਮਿਲਦਾ ਹੈ। ਇਸ ਤੋਂ ਇਲਾਵਾ ਪੈਰਾਸ਼ੂਟ, ਫਲਾਈਂਗ ਅਤੇ ਸਬਮਰੀਨ ਵਰਗੇ ਖਾਸ ਪੱਤੇ ਵੀ ਨੇ। ਗੱਲ ਇੱਥੇ ਖਤਮ ਨਹੀਂ ਹੁੰਦੀ ਦੋਸਤੋ, ਸਹੂਲਤਾਂ ਦੀ ਪੂਰੀ ਲਿਸਟ ਹੈ। ਹਰ ਸਾਲ 20000 ਰੁਪਏ ਦਾ ਡਰੈਸ ਭੱਤਾ, ਮੁਫਤ ਰਾਸ਼ਨ ਚਾਹੇ ਪੀਸ ਏਰੀਆ ਹੋਵੇ ਜਾਂ ਫੀਲਡ, ਅਤੇ ਟਰਾਂਸਪੋਰਟ ਭੱਤਾ। ਪਰਿਵਾਰ ਦੀ ਸੁਰੱਖਿਆ ਲਈ ਬੱਚਿਆਂ ਦੀ ਪੜ੍ਹਾਈ ਵਾਸਤੇ ਸਬਸਿਡੀ ਅਤੇ ਸਭ ਤੋਂ ਵੱਡੀ ਗੱਲ 1.25 ਕਰੋੜ ਰੁਪਏ ਦਾ ਆਰਮੀ ਗਰੁੱਪ ਇੰਸ਼ੋਰੈਂਸ ਕਵਰ। ਇਹ ਆਪਣੇ ਆਪ ਵਿੱਚ ਪੂਰੇ ਪਰਿਵਾਰ ਲਈ ਇੱਕ ਬਹੁਤ ਵੱਡੀ ਸੁਰੱਖਿਆ ਹੈ। ਜੇਕਰ ਇਸ ਸਾਰੇ ਪੈਕੇਜ ਦਾ ਹਿਸਾਬ ਲਗਾਈਏ ਨਾ ਤਾਂ ਸ਼ੁਰੂਆਤੀ ਸਾਲਾਨਾ CTC ਲਗਭਗ 17 ਤੋਂ 18 ਲੱਖ ਰੁਪਏ ਬਣਦੀ ਹੈ। ਅਤੇ ਕਮਾਲ ਦੀ ਗੱਲ ਇਹ ਹੈ ਕਿ ਇਸ ਵਿੱਚ ਅਫਸਰ ਅਤੇ ਉਸ ਦੇ ਪਰਿਵਾਰ ਲਈ ਮੁਫਤ ਮੈਡੀਕਲ ਸਹੂਲਤਾਂ ਅਤੇ ਸਾਲ ਵਿੱਚ ਇੱਕ ਵਾਰ ਘਰ ਜਾਣ ਲਈ ਛੁੱਟੀ ਦਾ ਸਫ਼ਰ ਸ਼ਾਮਿਲ ਹੀ ਨਹੀਂ ਹੈ। ਇਹ ਸੱਚਮੁੱਚ ਇੱਕ ਬਹੁਤ ਹੀ ਸ਼ਾਨਦਾਰ ਅਤੇ ਸੁਰੱਖਿਅਤ ਕੈਰੀਅਰ ਦੀ ਸ਼ੁਰੂਆਤ ਹੈ।